ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਮਨ ਸਾਚਾ ਮੁਖ ਸਾਚਾ ਸੋਇ ਅਵਰ ਨਾ ਪੇਖੈ ਏਕਸ ਬਿਨ ਕੋਇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ ਜਿਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਨਾਨਕਾ ਪੂਰਨ ਸੋਈ ਸੰਤ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਉ ਮਤ ਮੰਦ ਅਜਾਣ ਆਪਹੁ ਕਛੂ ਨ ਜਾਣਦਾ ਸਤਿਗੁਰ ਮਿਹਰਬਾਨ ਆਪਣਾ ਜਸ ਕਰਵਾਏ ਲਵੋ ਹਉ ਮਤ ਮੰਦ ਜਾਣ ਆਪਹੁ ਕਛੂ ਨ ਜਾਣਦਾ ਸਤਿਗੁਰ ਮਿਹਰਬਾਨ ਆਪਣਾ ਜਸ ਕਰਵਾਏ।
ਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੈ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੈ, ਹਰ ਹਰ ਨਾਮ ਧਿਆਇਆ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੈ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੈ, ਹਰ ਹਰ ਨਾਮ ਧਿਆਇਆ। ਤਾਤੇ ਮੋਹਿ ਧਾਰੀ ਓਟ ਗੋਪਾਲ, ਸਰਨ ਪਰਿਓ ਪੂਰਨ ਪਰਮੇਸ਼ਵਰ। ਬਿਰਸੇ ਸਗਲ ਜੰਜਾਲ ਰਹਾਉ, ਸੁਰਗ ਮਿਰਤ ਪਾਇਆਲ ਭੂ ਮੰਡਲ। ਸਗਲ ਵਿਆਪੇ ਮਾਏ, ਜੀ ਉਦਾਹਰਨ ਸਭ ਕੁਲ ਤਾਰਨ। ਹਰ ਹਰ ਨਾਮ ਧਿਆਏ, ਨਾਨਕ ਨਾਮ ਨਿਰੰਜਨ ਗਾਈਐ। ਪਾਈਐ ਸਰਬ ਨਿਧਾਨਾ, ਕਰ ਕਿਰਪਾ ਜਿਸ ਦੇ ਸੁਆਮੀ। ਬਿਰਲੇ ਕਾਹੂ ਜਾਨਾ, ਨਾਨਕ ਨਾਮ ਨਿਰੰਜਨ ਗਾਈਐ। ਪਾਈਐ ਸਰਬ ਨਿਧਾਨਾ, ਕਰ ਕਿਰਪਾ ਜਿਸ ਦੇ ਸੁਆਮੀ। ਬਿਰਲੇ ਕਾਹੂ ਜਾਨਾ। ਧਨਾਸਰੀ ਮਹੱਲਾ ਪੰਜਵਾ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੈ ਗੁਰ ਸਮਝਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀਓ। ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਤਿਗੁਰਾਂ ਦੇ ਪਾਵਨ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਸੁਸ਼ੋਭਿਤ ਹੋ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਔਰ ਪਰਮੇਸ਼ਰ ਵਾਹਿਗੁਰੂ ਜੀ ਦੇ ਵੱਲੋਂ ਵਰੋਸਾਏ ਹੋਏ ਤਿੰਨ ਮਹਾਂਪੁਰਖ, ਜਿਨ੍ਹਾਂ ਦੀ ਆਪਾਂ ਪਾਵਨ ਬਰਸੀ ਦੇ ਇਹਨਾਂ ਸਮਾਗਮਾਂ ਦੇ ਅੰਦਰ ਮਹਾਂਪੁਰਖਾਂ ਦੇ ਜੀਵਨ ਤੋਂ, ਗੁਰਬਾਣੀ ਦੀ ਕਥਾ ਵਿਚਾਰ ਤੋਂ ਔਰ ਕਥਾ ਕੀਰਤਨ ਸੁਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਅਮੋਲਕ ਸਾਂਭ ਸੰਭਾਲ ਕਰਦੇ ਆ ਰਹੇ ਹਾਂ। ਕਿਉਂਕਿ ਸਹੀ ਮਨੁੱਖ ਉਹੀ ਹੈ ਜਿਹੜਾ ਸਮੇਂ ਤੋਂ ਠੀਕ ਠੀਕ ਪੂਰਾ ਲਾਭ ਪ੍ਰਾਪਤ ਕਰ ਲਵੇ। ਤੇ ਆਪਣੇ ਗੁਰਸਿੱਖਾਂ ਦੇ ਬਹੁਤ ਵੱਡੇ ਭਾਗ ਹਨ ਜੋ ਇਸ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ, ਜਿਸ ਸਮੇਂ ਦੇ ਵਿੱਚ ਮਨੁੱਖ ਸਵੇਰੇ ਉੱਠਦਾ ਹੋਇਆ ਸੋਚਦਾ ਹੈ ਕਿ ਕਿਵੇਂ ਮੈਂ ਕਿਸੇ ਮਨੁੱਖ ਦਾ ਬੁਰਾ ਕਰਨਾ ਹੈ, ਕਿਵੇਂ ਕਿਸ ਨੂੰ ਲੁੱਟਣਾ ਹੈ। ਤਰ੍ਹਾਂ ਤਰ੍ਹਾਂ ਦੀਆਂ ਕੋਈ ਵਿਉਂਤਬੰਦੀਆਂ ਕਲਯੁਗ ਦੇ ਸਮੇਂ ਦੇ ਅੰਦਰ ਬਣਾਈਆਂ ਜਾਂਦੀਆਂ ਨੇ। ਪਰ ਸਤਿਗੁਰਾਂ ਨੇ ਸਾਡੇ ਉੱਪਰ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕਰਕੇ ਆਪਣੇ ਵਡਭਾਗ ਚਰਨਾਂ ਦੇ ਪਾਸ ਬੈਠਣ ਦਾ ਸਮਾਂ ਬਖਸ਼ਿਆ ਹੈ। ਇਸ ਸਮੇਂ ਤੋਂ ਪੂਰਾ ਲਾਭ ਲੈਂਦਿਆਂ ਹੋਇਆਂ ਆਪਾਂ ਜਿੱਥੇ ਮਹਾਂਪੁਰਖਾਂ ਦੀ ਪਾਵਨ ਰਸਨਾ ਤੋਂ ਸ਼ਬਦ ਕੀਰਤਨ ਸ਼ਰਵਣ ਕੀਤੇ ਹਨ, ਉੱਥੇ ਨਾਲ ਜੋ ਪਾਵਨ ਕਥਾ ਵਿਚਾਰ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨ ਦਾ ਯਤਨ ਕਰਨਾ ਜੀ। ਸੰਸਾਰ ਦੇ ਅੰਦਰ ਬੜੇ ਕਵੀ, ਲੇਖਕ, ਵਿਦਵਾਨ, ਮਹਾਂਪੁਰਖ ਹੋਏ ਨੇ। ਉਹਨਾਂ ਵਿੱਚੋਂ ਇੱਕ ਭਗਤ ਤੁਲਸੀਦਾਸ ਜੀ ਦਾ ਨਾਮ ਆਉਂਦਾ ਹੈ।
ਉਹਨਾਂ ਦੇ ਪਾਵਨ ਬਚਨ ਆਪਾਂ ਪੜ੍ਹਦੇ ਸੁਣਦੇ ਹਾਂ ਕਿ ਸੰਸਾਰ ਦੇ ਅੰਦਰ ਜਿਹੜਾ ਪਾਪੀ ਮਨੁੱਖ ਹੈ, ਕੁਕਰਮੀ ਮਨੁੱਖ ਹੈ, ਉਹਦੇ ਕੋਲ ਵੀ ਜਿਹੜਾ ਪੈਸਾ, ਧਨ, ਦੌਲਤ ਹੈ, ਕੋਈ ਸਾਕ ਸੰਬੰਧੀ ਹਨ, ਪਤਨੀ ਆਦਿਕ ਹੈ, ਪੁੱਤਰ ਆਦਿਕ, ਉਹ ਇੱਕ ਪਾਪੀ ਮਨੁੱਖ ਦੇ ਘਰ ਦੇ ਵਿੱਚ ਵੀ ਹੁੰਦੇ ਨੇ। ਜਿਵੇਂ ਭਗਤ ਤੁਲਸੀਦਾਸ ਜੀ ਦੇ ਇਹ ਪਾਵਨ ਬਚਨ ਹਨ ਕਿ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ, ਕਿ ਸੰਸਾਰ ਦੇ ਅੰਦਰ ਬਾਕੀ ਸਾਰੀਆਂ ਵਸਤੂਆਂ ਬਹੁਤ ਸੁਖਾਲੇ ਢੰਗ ਦੇ ਨਾਲ ਪ੍ਰਾਪਤ ਹੋ ਜਾਂਦੀਆਂ ਨੇ। ਸਭ ਤੋਂ ਪਹਿਲਾਂ ਆਪਾਂ ਨੂੰ ਦੁਲੰਭ ਸ਼ਬਦ ਦੀ ਵਿਆਖਿਆ ਸਮਝਣੀ ਪਵੇਗੀ ਕਿ ਦੁਲੰਭ ਵਸਤੂ ਆਖਦੇ ਕਿਸ ਨੂੰ ਨੇ, ਜਿਸ ਨੂੰ ਆਪਾਂ ਠੇਠ ਪੰਜਾਬੀ ਦੇ ਵਿੱਚ ਆਖਦੇ ਹਾਂ ਦੁਰਲੱਭ। ਦੁਰ ਦਾ ਅਰਥ ਹੁੰਦਾ ਹੈ ਕਠਨ। ਜਿਹੜੀ ਵਸਤੂ ਸਾਨੂੰ ਲੱਭਣ ਦੇ ਵਿੱਚ ਬਹੁਤ ਮੁਸ਼ਕਲ ਆਵੇ, ਬਹੁਤ ਕਠਿਨਾਈਆਂ ਤੋਂ ਬਾਅਦ ਪ੍ਰਾਪਤ ਹੋਵੇ, ਉਸ ਨੂੰ ਦੁਰਲੱਭ ਵਸਤੂ ਆਖਿਆ ਜਾਂਦਾ ਹੈ। ਜਿਵੇਂ ਜਿਹੜੇ ਪੜ੍ਹੇ ਲਿਖੇ ਗੁਰਸਿੱਖ ਨੇ, ਜਿਵੇਂ ਇਕੋਨੋਮਿਕਸ ਦੇ ਅੰਦਰ ਦੁਲੰਭ ਸ਼ਬਦ ਵਰਤਿਆ ਜਾਂਦਾ ਹੈ, ਉਸ ਤੋਂ ਭਾਵ ਇਹ ਹੁੰਦਾ ਹੈ ਕਿ ਜਿਹੜੀਆਂ ਆਮ ਖਾਣ ਪੀਣ ਦੀਆਂ ਵਸਤੂਆਂ ਨੇ ਉਹ ਵੀ ਜਦੋਂ ਪ੍ਰਾਪਤ ਨਾ ਹੋਣ, ਜਿਵੇਂ 1930 ਦੇ ਵਿੱਚ ਮਹਾਂਮਾਰੀ ਦੇਸ਼ ਦੇ ਵਿੱਚ ਆਈ ਸੀ, ਤੇ ਉਸ ਵੇਲੇ ਕੀ ਹੋਇਆ ਸੀ ਕਿ ਜਿਹੜੀਆਂ ਆਮ ਖਾਣ ਪੀਣ ਦੀਆਂ ਵਸਤੂਆਂ, ਕੋਈ ਰੋਟੀ ਆਦਿਕ, ਪਹਿਨਣ ਦੀਆਂ ਵਸਤੂਆਂ, ਉਹ ਵੀ ਮਨੁੱਖ ਨੂੰ ਬਹੁਤ ਮੁਸ਼ੱਕਤ ਕਰਕੇ ਪ੍ਰਾਪਤ ਹੁੰਦੀਆਂ ਸਨ। ਤੇ ਉਸੇ ਤਰ੍ਹਾਂ ਹੀ ਭਗਤ ਤੁਲਸੀਦਾਸ ਜੀ ਦੇ ਬਚਨ ਹਨ ਕਿ ਸੰਤ ਸਮਾਗਮ ਹਰ ਕਥਾ। ਇਹ ਜਿਹੜੀਆਂ ਦੋ ਚੀਜ਼ਾਂ ਨੇ, ਇੱਕ ਤੇ ਸੰਤ ਮਹਾਤਮਾ ਦਾ ਕੋਈ ਸਮਾਗਮ ਹੋਣਾ, ਔਰ ਦੂਸਰੀ ਹਰੀ ਪਰਮੇਸ਼ਰ ਵਾਹਿਗੁਰੂ ਦੀ ਕਥਾ ਸੁਣਨ ਔਰ ਕਰਨ ਦੇ ਲਈ ਪ੍ਰਾਪਤ ਹੋ ਜਾਣੀ। ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ, ਇਹ ਦੋਵੇਂ ਵਸਤੂਆਂ ਦੁਰਲਭ ਨੇ। ਇਹ ਬਹੁਤ ਔਖੇ ਤਰੀਕੇ ਦੇ ਨਾਲ ਸਾਨੂੰ ਪ੍ਰਾਪਤ ਹੁੰਦੀਆਂ ਨੇ। ਤੇ ਅੱਗੇ ਬਚਨ ਲਿਖਦੇ ਨੇ ਕਿ ਸੁਤ ਦਾਰਾ ਧਨ ਲక్ష్ਮੀ ਪਾਪੀ ਕੇ ਪੀ ਹੋਏ, ਕਿ ਜਿਹੜੇ ਪੁੱਤਰ, ਧੀਆਂ ਆਦਿਕ, ਪਤਨੀ ਆਦਿਕ, ਪੈਸਾ ਆਦਿਕ, ਇਹ ਸਾਰੀਆਂ ਜਿਹੜੀਆਂ ਵਸਤੂਆਂ ਨੇ ਇਹ ਤੇ ਇੱਕ ਪਾਪੀ ਮਨੁੱਖ ਦੇ ਘਰੋਂ ਵੀ ਪ੍ਰਾਪਤ ਹੋ ਜਾਂਦੀਆਂ ਨੇ। ਪਰ ਅਸਲ ਦੇ ਅੰਦਰ ਜਿਹੜਾ ਮਹਾਤਮਾ ਦੀ ਸੰਗਤ ਹੋਣੀ, ਕਿਉਂਕਿ ਜਦੋਂ ਅਸੀਂ ਪਾਵਨ ਗੁਰਬਾਣੀ ਨੂੰ ਪੁੱਛ ਕੇ ਵੇਖੀਏ ਕਿ ਸਤਿਗੁਰੂ ਜੀਓ ਸਾਨੂੰ ਇਹ ਦੱਸੋ ਕਿ ਸਾਨੂੰ ਬੈਠਣਾ ਕਿਹਨਾਂ ਦੇ ਪਾਸ ਚਾਹੀਦਾ ਹੈ। ਕੀ ਸਾਨੂੰ ਜਿਹੜੇ ਕੋਈ ਮਾੜੇ ਤਾਸ਼ ਖੇਡਣ ਵਾਲੇ ਨੇ, ਕੋਈ ਜੂਆ ਖੇਡਣ ਵਾਲੇ, ਉਹਨਾਂ ਦੇ ਪਾਸ ਬੈਠਣਾ ਚਾਹੀਦਾ ਹੈ, ਜਾਂ ਸਾਨੂੰ ਦੱਸਣਾ ਕਰੋ ਕਿ ਅਸੀਂ ਬੈਠੀਏ ਕਿਹਨਾਂ ਦੇ ਪਾਸ। ਤੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਵਾਕ ਹਨ ਕਿ ਬਹੀਏ ਪੜ੍ਹਿਆਂ ਪਾਸ, ਕਿ ਜਿਹੜੇ ਕੋਈ ਪੜ੍ਹੇ ਲਿਖੇ ਸਿਆਣੇ ਦਾਨੇ ਪੁਰਸ਼ ਹਨ, ਉਹਨਾਂ ਦੇ ਪਾਸ ਕਹਿੰਦੇ ਬੈਠਣਾ ਕਰੀਏ। ਤੇ ਸਵਾਲ ਪੈਦਾ ਹੁੰਦਾ ਕਿ ਉਹਨਾਂ ਕੋਲ ਬੈਠ ਕੇ ਪ੍ਰਾਪਤ ਕੀ ਹੋਵੇਗਾ, ਉੱਥੋਂ ਸਾਨੂੰ ਸਿੱਖਿਆ ਕੀ ਮਿਲੇਗੀ। ਤੇ ਸਤਿਗੁਰੂ ਬਚਨ ਉਚਾਰਦੇ ਹਨ, ਉੱਥੇ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਕਹਿੰਦੇ ਕਿ ਜਿਹੜੇ ਕੋਈ ਸਿਆਣੇ ਮਹਾਂਪੁਰਖ ਵਿਦਵਾਨ ਹਨ, ਉਹਨਾਂ ਕੋਲ ਬੈਠਣ ਦਾ ਲਾਭ ਇਹ ਹੁੰਦਾ ਹੈ ਕਿ ਉੱਥੇ ਪਾਪ ਔਰ ਪੁੰਨ ਦੀ ਵਿਚਾਰ ਕੀਤੀ ਜਾਂਦੀ ਹੈ ਕਿ ਜੇ ਆਪਾਂ ਆਹ ਕੰਮ ਕਰਾਂਗੇ ਤੇ ਸਾਨੂੰ ਪਾਪ ਲੱਗੇਗਾ, ਜੇ ਆਹ ਕੰਮ ਕਰਾਂਗੇ ਤੇ ਪੁੰਨ ਲੱਗੇਗਾ। ਤੇ ਜਿਹੜੇ ਕਹਿੰਦੇ ਵੀ ਝੂਠ ਦੀ ਜਿਹੜੀ ਰਾਸ਼ੀ ਹੈ, ਸਮੱਗਰੀ ਹੈ, ਜਿਹੜੀ ਆਪਾਂ ਸਿਰ ਦੇ ਉੱਪਰ ਝੂਠ ਦੀ ਪੰਡ ਚੁੱਕੀ ਹੋਈ ਹੈ, ਉਹ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਜਿਹੜੀ ਸੰਗਤ ਹੈ, ਇਸ ਦਾ ਮਨੁੱਖ ਦੇ ਮਨ ਦੇ ਉੱਪਰ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਜਿਵੇਂ ਇੱਕ ਪੱਥਰ ਹੋਵੇ ਬਹੁਤ ਕਠੋਰ, ਜੇਕਰ ਉਸ ਨੂੰ ਇੱਕ ਪਾਣੀ ਦੀ ਬੂੰਦ ਦੀ ਵੀ ਸੰਗਤ ਹੋ ਜਾਵੇ, ਪਾਣੀ ਇੱਕ ਬੂੰਦ ਡਿੱਗਦਾ ਡਿੱਗਦਾ ਵੀ ਉਸ ਪੱਥਰ ਨੂੰ ਪਾੜ ਦਿੰਦਾ ਹੈ।
ਇਸੇ ਤਰ੍ਹਾਂ ਜਿਹੜਾ ਮਨੁੱਖੀ ਮਨ ਹੈ, ਇਸ ਦੇ ਉੱਪਰ ਸੰਗਤ ਦਾ ਬਹੁਤ ਪ੍ਰਭਾਵ ਪੈਂਦਾ ਹੈ। ਜਿਵੇਂ ਪੁਰਾਣੇ ਸਮੇਂ ਦੇ ਅੰਦਰ ਜਦੋਂ ਕਿਸੇ ਨੇ ਕੁੜੀ ਦਾ ਸਾਕ ਕਰਨਾ ਹੁੰਦਾ ਸੀ, ਤੇ ਉਦੋਂ ਉਹ ਦੇਖਦੇ ਸਨ ਕਿ ਜਿਸ ਦੇ ਨਾਲ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰਨ ਜਾ ਰਿਹਾ ਹਾਂ, ਉਸ ਮਨੁੱਖ ਦੀ ਸੰਗਤ ਕਿਵੇਂ ਦੀ ਹੈ। ਕੀ ਉਹ ਜੂਆ ਖੇਡਣ ਵਾਲਿਆਂ ਦੇ ਕੋਲ ਬੈਠਦਾ ਹੈ, ਜਾਂ ਉਸ ਦਾ ਕਿਸੇ ਜਿਹੜੇ ਦਾਨੇ ਸਿਆਣੇ ਪੁਰਸ਼ ਹਨ ਉਹਨਾਂ ਕੋਲ ਬੈਠਣੀ ਉੱਠਣੀ ਹੈ। ਕਿਉਂਕਿ ਸੰਗਤ ਇਹ ਗੱਲ ਦੱਸ ਦਿੰਦੀ ਹੈ ਕਿ ਮਨੁੱਖ ਕਿਵੇਂ ਦਾ ਹੈ। ਤੇ ਆਪਾਂ ਘਰ ਪਰਿਵਾਰ ਦੇ ਅੰਦਰ ਆਪਣੇ ਬੱਚਿਆਂ ਵੱਲ ਵੀ ਵੇਖੀਏ ਕਿ ਜਦੋਂ ਬੱਚਾ ਘਰ ਤੋਂ ਬਾਹਰ ਪੜ੍ਹਨ ਵਾਸਤੇ, ਖੇਡਣ ਵਾਸਤੇ ਜਾਂਦਾ ਹੈ, ਤੇ ਆਪਾਂ ਗੌਰ ਕਰੀਏ ਕਿ ਉਹਨਾਂ ਦੀ ਸੰਗਤ ਕਿਹਨਾਂ ਦੇ ਨਾਲ ਹੈ। ਕਿ ਜਿਨ੍ਹਾਂ ਦੇ ਨਾਲ ਸਾਡਾ ਬੱਚਾ ਬੋਲਦਾ ਹੈ, ਖੇਡਦਾ ਹੈ, ਗੱਲਾਂ ਬਾਤਾਂ ਕਰਦਾ ਹੈ, ਕੀ ਉਹ ਚੰਗੀ ਬਿਰਤੀ ਵਾਲੇ ਮਨੁੱਖ ਨੇ ਜਾਂ ਮਾੜੀ ਸਿੱਖਿਆ ਦੇਣ ਵਾਲੇ ਨੇ। ਕਿਉਂਕਿ ਚਾਹੇ ਮਨੁੱਖ ਦਾ ਮਨ ਕਿਤਨਾ ਵੀ ਕਠੋਰ ਹੋਵੇ, ਇੱਕ ਦਿਨ ਢਲਦਾ ਢਲਦਾ ਢਹਿ ਜਾਂਦਾ ਹੈ। ਤੇ ਇਸ ਲਈ ਜਿਹੜੀ ਸੰਗਤ ਹੈ, ਇਹ ਮਨੁੱਖ ਦੀ ਚੰਗੀ ਹੋਣੀ, ਸ੍ਰੇਸ਼ਟ ਹੋਣੀ ਬਹੁਤ ਜ਼ਰੂਰੀ ਹੈ। ਤੇ ਇਸ ਲਈ ਜਿਹੜੀਆਂ ਮਾੜੀਆਂ ਚੀਜ਼ਾਂ ਨੇ, ਉਹ ਤੇ ਮਾੜੇ ਤੋਂ ਮਾੜੇ ਮਨੁੱਖ ਦੇ ਘਰ ਦੇ ਵਿੱਚੋਂ ਵੀ ਪ੍ਰਾਪਤ ਹੋ ਜਾਂਦੀਆਂ ਨੇ। ਇਸ ਲਈ ਆਪਣੇ ਗੁਰਸਿੱਖਾਂ ਦੇ ਵੱਡੇ ਭਾਗ ਹਨ ਕਿ ਸਾਨੂੰ ਇਹ ਦੋਵੇਂ ਚੀਜ਼ਾਂ ਇੱਕੋ ਸਮੇਂ ਪ੍ਰਾਪਤ ਹੋ ਰਹੀਆਂ ਨੇ। ਉਹ ਕਿਹੜੀਆਂ ਹਨ ਕਿ ਇੱਕ ਤਾਂ ਆਪਾਂ ਸਾਧੂ ਮਹਾਤਮਾ ਦੀ ਸੰਗਤ ਕਰਦੇ ਹਾਂ, ਤੇ ਦੂਸਰਾ ਆਪਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦਾ ਕੀਰਤਨ ਔਰ ਕਥਾ ਸ਼੍ਰਵਣ ਕਰਨ ਦੇ ਲਈ ਪ੍ਰਾਪਤ ਹੋ ਰਹੀ ਹੈ। ਪਾਵਨ ਗੁਰਬਾਣੀ ਦੇ ਅੰਦਰ ਇੱਕ ਇਹ ਬਚਨ ਆਉਂਦੇ ਨੇ ਕਿ ਜਿਹੜੇ ਸਾਧੂ ਮਹਾਤਮਾ ਨੇ, ਉਹ ਸਾਨੂੰ ਕਿਵੇਂ ਰਸਤੇ ਦੇ ਉੱਪਰ ਤੋਰਦੇ ਨੇ। ਜਿਵੇਂ ਆਪਾਂ ਇਹ ਗੁਰਬਾਣੀ ਦੇ ਅੰਦਰ ਪਾਵਨ ਬਚਨ ਪੜ੍ਹਦੇ ਹਾਂ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ, ਕਿ ਜਿਹੜੇ ਸਾਧੂ ਮਹਾਤਮਾ ਹਨ ਉਹਨਾਂ ਦਾ ਰਸਤਾ ਕੀ ਹੈ, ਧਰਮ ਦੀ ਪੌੜੀ। ਜਿਹੜਾ ਧਰਮ ਹੈ, ਇਸ ਦੀ ਪੌੜੀ ਦੇ ਉੱਪਰ ਚੜ੍ਹ ਕਰਕੇ ਜਿਹੜੇ ਸਾਧੂ ਮਹਾਤਮਾ ਹਨ, ਜਿੱਥੇ ਆਪ ਤਰਦੇ ਹਨ ਉੱਥੇ ਹੋਰਨਾਂ ਦਾ ਉਧਾਰ ਕਰਦੇ ਨੇ। ਵਿਦਵਾਨ ਪੁਰਸ਼ ਸਵਾਲ ਕੀਤਾ ਕਿ ਜਿਹੜੀ ਧਰਮ ਦੀ ਪੌੜੀ ਹੈ, ਉਹਦੇ ਡੰਡੇ ਕਿਹੜੇ ਨੇ। ਜਿਵੇਂ ਆਪਣੇ ਘਰ ਦੇ ਵਿੱਚ ਲੱਕੜ ਦੀ ਪੌੜੀ ਹੁੰਦੀ ਹੈ ਤੇ ਉਸ ਦੇ ਡੰਡੇ ਹੁੰਦੇ ਨੇ, ਤੇ ਜਿਹੜੀ ਇਹ ਧਰਮ ਦੀ ਪੌੜੀ ਹੈ, ਇਸ ਦੇ ਕਿਹੜੇ ਡੰਡੇ ਹਨ। ਤੇ ਇਸ ਦਾ ਜਵਾਬ ਵਿਦਾਂਤ ਮਤ ਦੇ ਅੰਦਰ ਪੰਡਤ ਹਰਦਿਆਲ ਜੀ ਨੇ ਦਿੱਤਾ ਹੈ। ਉਹਨਾਂ ਨੇ ਬਚਨ ਲਿਖੇ ਹਨ ਕਿ ਇਹ ਜਿਹੜੀ ਧਰਮ ਦੀ ਪੌੜੀ ਹੈ, ਇਸ ਦੇ 10 ਡੰਡੇ ਹਨ। ਉਹ 10 ਡੰਡੇ ਕਿਹੜੇ ਹਨ? ਉਹ ਹਨ ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ, ਬਿਨਾ, ਧਰਮ, ਲਿੰਗ, 10 ਜਾਨ। ਇਹ ਜਿਹੜੀਆਂ 10 ਨਿਸ਼ਾਨੀਆਂ ਹਨ, 10 ਪੌੜੀ ਦੇ ਡੰਡੇ ਹਨ, ਜਿਹੜੇ ਮਨੁੱਖ ਦੇ ਜੀਵਨ ਦੇ ਅੰਦਰ ਇਹ ਵਿਆਪਦੇ ਨੇ, ਉਹ ਧਰਮੀ ਮਨੁੱਖ ਹੈ। ਪੰਡਤ ਹਰਦਿਆਲ ਜੀ ਪਹਿਲਾ ਗੁਣ ਲਿਖਦੇ ਹਨ ਖਿਮਾ, ਕਿ ਜਿਹੜਾ ਧਰਮੀ ਮਨੁੱਖ ਹੈ, ਉਸ ਦੇ ਜੀਵਨ ਦੇ ਅੰਦਰ ਪਹਿਲਾ ਇਹ ਗੁਣ ਹੋਵੇਗਾ ਕਿ ਉਹ ਖਿਮਾਧਾਰੀ ਹੋਵੇਗਾ। ਜੇ ਕਿਸੇ ਨੇ ਉਸ ਨੂੰ ਬੋਲ ਕਬੋਲ ਬੋਲ ਵੀ ਦਿੱਤੇ ਤੇ ਉਸ ਨੂੰ ਉਹ ਚਿਤਾਰਦਾ ਨਹੀਂ। ਗੁਰਮੁਖ ਮਨੁੱਖ ਇਹ ਸੋਚਦਾ ਹੈ ਕਿ ਇਸ ਦੀ ਬੁੱਧੀ ਇਤਨੀ ਕੀ ਹੋਵੇਗੀ। ਤੇ ਦੂਸਰਾ ਬਚਨ ਪੰਡਤ ਹਰਦਿਆਲ ਜੀ ਲਿਖਦੇ ਨੇ ਅਹਿੰਸਾ। ਇੱਕ ਹੁੰਦੀ ਹੈ ਹਿੰਸਾ ਕਰਨੀ, ਇੱਕ ਹੁੰਦੀ ਹੈ ਅਹਿੰਸਾ। ਹਿੰਸਾ ਤੋਂ ਭਾਵ ਇਹ ਹੁੰਦਾ ਕਿ ਕਿਸੇ ਮਨੁੱਖ ਨੂੰ ਮਾਰਨਾ, ਕਿਸੇ ਜੀਵ ਜੰਤੂ ਦੀ ਹੱਤਿਆ ਕਰਨੀ। ਵਿਦਵਾਨਾਂ ਨੇ ਜਿਹੜੀ ਹਿੰਸਾ ਹੈ ਉਹ 3 ਪ੍ਰਕਾਰ ਦੀ ਲਿਖੀ ਹੈ। ਉਹ ਕਿਹੜੀ ਹੈ? ਮਨ, ਬਾਣੀ, ਸਰੀਰ ਕਰਕੇ। ਪਹਿਲੀ ਹੁੰਦੀ ਹੈ ਮਨ ਕਰਕੇ ਹਿੰਸਾ ਕਰਨੀ। ਮਨ ਕਰਕੇ ਤੋਂ ਕਰ ਤੋਂ ਭਾਵ ਹੈ
ਕਿ ਕਿਸੇ ਦੂਸਰੇ ਮਨੁੱਖ ਦਾ ਮਨ ਹੀ ਮਨ ਬੁਰਾ ਸੋਚਣਾ, ਮਨ ਹੀ ਮਨ ਕਿਸੇ ਦੇ ਲਈ, ਕਿਸੇ ਦਾ ਮਾੜਾ ਕਰਨ ਦੇ ਲਈ, ਕਿਸੇ ਦਾ ਬੁਰਾ ਸੋਚਣ ਦੇ ਲਈ ਕੋਈ ਵਿਉਂਤਬੰਦੀਆਂ ਬਣਾਉਣੀਆਂ, ਮਨ ਦੇ ਨਾਲ ਈਰਖਾ ਕਰਨੇ, ਇਸ ਨੂੰ ਮਨ ਦੀ ਹਿੰਸਾ ਆਖਿਆ ਜਾਂਦਾ ਹੈ। ਤੇ ਦੂਸਰੀ ਹੁੰਦੀ ਹੈ ਮਨ ਬਾਣੀ ਕਰਕੇ। ਬਾਣੀ ਕਰਕੇ ਕਿਸੇ ਨੂੰ ਐਸੇ ਕਠੋਰ ਭੈੜੇ ਬਚਨ ਬੋਲਦੇ ਨੇ ਕਿ ਉਸ ਦਾ ਜਿਹੜਾ ਮਨ ਹੈ ਉਹ ਦੁਖੇ। ਇਸ ਦੇ ਨਾਲ ਵੀ ਜਿਹੜੀ ਬਾਣੀ ਕਰਕੇ ਹਿੰਸਾ ਹੈ ਉਹ ਹੁੰਦੀ ਹੈ। ਤੇ ਤੀਸਰੀ ਹੁੰਦੀ ਹੈ ਸਰੀਰ ਕਰਕੇ ਹਿੰਸਾ। ਸਰੀਰ ਕਰਕੇ ਕਿਸੇ ਦਾ ਮਾੜਾ ਕਰਨਾ, ਕਿਸੇ ਦਾ ਬਣਦਾ ਹੋਇਆ ਕੰਮ ਵਿਗਾੜ ਦੇਣਾ, ਜਾਂ ਇਸੇ ਤਰ੍ਹਾਂ ਕਿਸੇ ਜੀਵ ਜੰਤੂ ਨੂੰ ਮਾਰਨਾ, ਕਿਸੇ ਮਨੁੱਖ ਨੂੰ ਮਾਰਨਾ, ਇਹ ਹੁੰਦੀ ਹੈ ਸਰੀਰ ਕਰਕੇ ਹਿੰਸਾ। ਪਰ ਜਿਹੜਾ ਧਰਮੀ ਮਨੁੱਖ ਹੈ, ਜਿਸ ਨੇ ਧਰਮ ਦੇ ਗੁਣ ਧਾਰਨ ਕਰਨੇ ਹਨ, ਉਸ ਦਾ ਦੂਸਰਾ ਗੁਣ ਚਾਹੀਦਾ ਹੈ ਕਿ ਉਹ ਅਹਿੰਸਾ ਹੋਵੇ। ਉਹ ਮਨ ਬਾਣੀ ਸਰੀਰ ਕਰਕੇ ਕਿਸੇ ਦਾ ਵੀ ਮਾੜਾ ਨਾ ਸੋਚੇ, ਨਾ ਕਰੇ। ਤੇ ਤੀਸਰਾ ਗੁਣ ਧਰਮੀ ਮਨੁੱਖ ਦੇ ਅੰਦਰ ਪੰਡਿਤ ਹਰਦਿਆਲ ਜੀ ਲਿਖਦੇ ਹਨ, ਖਿਮਾ, ਅਹਿੰਸਾ, ਦਇਆ। ਜਿਹੜਾ ਦਿਆਲੂ ਸੁਭਾਅ ਰੱਖਣਾ। ਦਿਆਲੂ ਸੁਭਾਅ ਤੋਂ ਭਾਵ ਹੈ ਕਿ ਜੇ ਕਿਸੇ ਮਨੁੱਖ ਨੂੰ ਪੈਸੇ ਦੀ ਲੋੜ ਹੈ ਤੇ ਆਪਣੇ ਕੋਲ ਮਾਇਆ ਹੈ ਤੇ ਉਸ ਨੂੰ ਮਾਇਆ ਦੇ ਨਾਲ ਸਹਾਇਤਾ ਕਰ ਦੇਣੀ। ਜੇ ਕਿਸੇ ਦਾ ਵੇਖਣਾ ਕਿ ਕਿਸੇ ਦਾ ਪੁੱਤਰ ਧੀ ਪੜ੍ਹਾਈ ਤੋਂ ਵਾਂਝਾ ਰਹਿ ਰਿਹਾ ਹੈ ਤੇ ਮਾਇਆ ਲਾ ਕੇ ਉਸ ਦੀ ਪੜ੍ਹਾਈ ਕਰਵਾ ਦੇਣੀ। ਜਾਂ ਕਿਸੇ ਦਾ ਦੇਖਣਾ ਕਿ ਕਿਸੇ ਗਰੀਬ ਲੜਕੀ ਦੀ ਵਿਆਹ ਸ਼ਾਦੀ ਕਰ ਦੇਣੀ। ਇਸ ਤਰ੍ਹਾਂ ਦੀ ਜਿਹੜੀ ਦਇਆ ਹੈ ਉਹ ਮਨੁੱਖਾਂ ਦੇ ਉੱਪਰ, ਸੰਸਾਰ ਦੇ ਉੱਪਰ ਕਰਨ ਵਾਲਾ ਹੀ ਧਰਮੀ ਮਨੁੱਖ ਹੋ ਸਕਦਾ ਹੈ। ਜਿਵੇਂ ਵਿਦਵਾਨਾਂ ਨੇ ਇਹ ਵੀ ਇੱਕ ਬਚਨ ਲਿਖੇ ਨੇ ਕਿ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋਡੀ ਹੈ, ਜਬ ਲਗ ਘਟ ਮਹਿ ਪ੍ਰਾਣ। ਕਿ ਜਿਹੜੀ ਦਇਆ ਕਰਨੀ ਇਹ ਇੱਕ ਧਰਮ ਦਾ ਮੂਲ ਗੁਣ ਹੈ, ਕਿਉਂਕਿ ਜਿਹੜੀ ਦਇਆ ਤੋਂ ਬਿਨਾਂ ਧਰਮ ਦੀ ਜਿਹੜੀ ਪੈਦਾਇਸ਼ ਹੈ ਇਹ ਵੱਧ ਨਹੀਂ ਸਕਦੀ। ਇਸ ਲਈ ਪੰਡਿਤ ਹਰਦਿਆਲ ਜੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਜਿਹੜਾ ਧਰਮੀ ਮਨੁੱਖ ਹੈ ਉਸ ਦੇ ਜੀਵਨ ਦੇ ਅੰਦਰ ਤੀਸਰਾ ਗੁਣ ਦਇਆ ਕਰਨੀ ਹੋਵੇ। ਜਿਵੇਂ ਆਪਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਸ੍ਰੀ ਜਪ ਨਿਸ਼ਾਨ ਦੀ ਬਾਣੀ ਪੜ੍ਹਦੇ ਹਾਂ ਤੇ ਇਸ ਦੇ ਅੰਦਰ ਵੀ ਬਚਨ ਆਉਂਦੇ ਹਨ, ਧੌਲ ਧਰਮ ਦਇਆ ਕਾ ਪੂਤ। ਕਿ ਜਿਹੜਾ ਧਰਮ ਰੂਪੀ ਜਿਹੜਾ ਬੈਲ ਹੈ ਉਸ ਨੂੰ ਕਹਿੰਦੇ ਕਿ ਪੈਦਾ ਕਰਨ ਵਾਲਾ ਕੌਣ ਹੈ, ਉਸ ਦੀ ਮਾਂ ਕੌਣ ਹੈ? ਧਰਮ ਦੀ ਮਾਂ ਹੈ ਦਇਆ। ਦਇਆ ਦਾ ਪੁੱਤਰ ਹੈ ਜਿਹੜਾ ਧਰਮ ਹੈ। ਇਸ ਲਈ ਪੰਡਿਤ ਹਰਦਿਆਲ ਜੀ ਬਚਨ ਲਿਖਦੇ ਹਨ ਕਿ ਮਨੁੱਖ ਦੇ ਅੰਦਰ ਤੀਸਰਾ ਗੁਣ ਇਹ ਚਾਹੀਦਾ ਹੈ ਕਿ ਉਹ ਦਿਆਲੂ ਸੁਭਾਅ ਵਾਲਾ ਹੋਵੇ। ਖਿਮਾ, ਅਹਿੰਸਾ, ਦਇਆ, ਮ੍ਰਿਦ। ਤੇ ਚੌਥਾ ਗੁਣ ਚਾਹੀਦਾ ਹੈ ਮ੍ਰਿਦ, ਮੈਨੇ ਜਿਹੜਾ ਚੰਗਾ ਮਿੱਠਾ ਕੋਮਲ ਸੁਭਾਅ ਹੋਣਾ। ਕਿਸੇ ਦਾ ਜਿਹੜਾ ਮਾੜਾ ਹੈ ਉਹ ਮਨ ਕਰਕੇ ਨਾ ਸੋਚਣਾ, ਕਿਉਂਕਿ ਜਿਹੜੇ ਕੌੜੇ ਬਚਨ ਹਨ ਇਹ ਕਿਸੇ ਮਨੁੱਖ ਨੂੰ ਬਹੁਤ ਦੁਖਦਾਈ ਵੀ ਕਰ ਸਕਦੇ ਹਨ। ਇਸ ਲਈ ਪੰਡਿਤ ਹਰਦਿਆਲ ਜੀ ਲਿਖਦੇ ਹਨ ਕਿ ਜਿਹੜਾ ਧਰਮੀ ਮਨੁੱਖ ਹੈ, ਜਿਹੜਾ ਮਨ ਹੀ ਮਨ ਇਹ ਸੋਚਦਾ ਹੈ ਕਿ ਮੈਂ ਵੀ ਇੱਕ ਧਰਮੀ ਮਨੁੱਖ ਬਣਾ, ਉਹਦੇ ਵਿੱਚ ਚੌਥਾ ਗੁਣ ਇਹ ਚਾਹੀਦਾ ਹੈ ਕਿ ਉਹ ਮ੍ਰਿਦ, ਚੰਗੇ ਮਿੱਠੇ ਸੁਭਾਅ ਵਾਲਾ ਹੋਵੇ। ਤੇ ਉਸ ਤੋਂ ਅੱਗੇ ਬਚਨ ਲਿਖਦੇ ਹਨ, ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ। ਪੰਜਵਾਂ ਗੁਣ ਚਾਹੀਦਾ ਕਿ ਉਹ ਸੱਚੇ ਬਚਨ ਬੋਲੇ। ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਹਨ। ਗੁਰਬਾਣੀ ਦੇ ਅਨੁਸਾਰ ਧਰਮ ਦੀ ਜਿਹੜੀ ਡੈਫੀਨੇਸ਼ਨ ਉਹ ਇਹ ਹੈ ਕਿ ਬੋਲੀਏ ਸੱਚ, ਝੂਠ ਨਾ ਬੋਲੀਏ ਧਰਮ। ਕਿ ਜਿਹੜਾ ਸੱਚ ਬੋਲਣਾ ਔਰ ਝੂਠ ਨਾ ਬੋਲਣਾ ਇਹ ਧਰਮ ਹੈ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਇੱਕ ਤਾਂ ਸੱਚੇ ਬਚਨ ਬੋਲਣੇ
ਔਰ ਜਿਹੜਾ ਝੂਠ ਹੈ ਉਹ ਨਾ ਬੋਲਣਾ, ਇਹ ਧਰਮ ਦੀ ਇੱਕ ਉਦਾਹਰਣ ਹੈ। ਤੇ ਉਸੇ ਤਰ੍ਹਾਂ ਹੀ ਪੰਡਤ ਹਰਦਿਆਲ ਜੀ ਨੇ ਲਿਖੇ ਹਨ ਕਿ 7 ਬਚਨ, ਕਿ ਜਿਹੜੀ ਬੋਲ ਬਾਣੀ ਹੈ ਉਹ ਸੱਚੀ ਹੋਵੇ। ਤੇ ਜਿਵੇਂ ਆਪਾਂ ਮੰਗਲ ਦੇ ਵਿੱਚ ਵੀ ਬਚਨ ਸ਼ਰਵਣ ਕੀਤੇ ਹਨ ਕਿ ਇੱਕ ਪੂਰਨ ਬ੍ਰਹਮ ਗਿਆਨੀ ਦੀ ਨਿਸ਼ਾਨੀ ਕੀ ਹੈ, ਕਿਉਂਕਿ ਸਿੱਖ ਧਰਮ ਦੇ ਅੰਦਰ ਜਿਹੜਾ ਧਰਮੀ ਮਨੁੱਖ ਬਣ ਜਾਂਦਾ ਹੈ ਗੁਰਬਾਣੀ ਦੇ ਅਨੁਸਾਰ, ਉਹੀ ਸਾਧੂ ਹੈ, ਉਹੀ ਸੰਤ ਹੈ, ਉਹੀ ਬ੍ਰਹਮ ਗਿਆਨੀ ਹੈ। ਕਿਉਂਕਿ ਜਦੋਂ ਆਪਾਂ ਸਿੱਖ ਦਾ ਜੀਵਨ ਇਤਿਹਾਸ ਵਿੱਚੋਂ ਜਾਂ ਗੁਰਬਾਣੀ ਰਾਹੀਂ ਪੜ੍ਹ ਕੇ ਵੇਖਦੇ ਹਾਂ ਤੇ ਉਸ ਦੇ ਜਿਹੜੇ ਗੁਣ ਨੇ ਉਹ ਇੱਕ ਬ੍ਰਹਮ ਗਿਆਨੀਆਂ ਦੇ ਜਿਹੜੇ ਜੀਵਨ ਦੇ ਵਿੱਚ ਗੁਣ ਹੋਣੇ ਚਾਹੀਦੇ ਉਹਨਾਂ ਦੇ ਜਾ ਨਾਲ ਢੁਕਦੇ ਹਨ। ਪੰਡਤ ਹਰਦਿਆਲ ਜੀ ਬਚਨ ਲਿਖਦੇ ਹਨ ਕਿ ਚੌਥਾ ਗੁਣ ਮਨੁੱਖ ਦੇ ਜੀਵਨ ਦੇ ਅੰਦਰ ਸੱਚੇ ਬਚਨ ਬੋਲਣ ਦਾ ਹੋਵੇ। ਤੇ ਅੱਗੇ ਬਚਨ ਲਿਖਦੇ ਨੇ ਤਪ ਦਾਨ। 6ਵਾਂ ਗੁਣ ਕਿਹੜਾ ਚਾਹੀਦਾ ਹੈ ਉਹ ਹੈ ਤਪ। ਆਮ ਕਰਕੇ ਆਖਿਆ ਜਾਂਦਾ ਹੈ ਕਿ ਸਿੱਖ ਧਰਮ ਦੇ ਅੰਦਰ ਤਪ ਕਰਨਾ ਜਿਹੜਾ ਵਰਜਿਤ ਹੈ, ਪਰ ਜਦੋਂ ਆਪਾਂ ਵਿਚਾਰ ਦੇ ਨਾਲ ਇਹ ਗੱਲ ਨੂੰ ਸੋਚਦੇ ਹਾਂ ਕਿ ਸਿੱਖ ਧਰਮ ਦੇ ਅੰਦਰ ਵੀ ਬੜੇ ਬੜੇ ਤਪ ਹਨ। ਉਹ ਕਿਵੇਂ ਤਪ ਹਨ? ਜਿਵੇਂ ਆਪਾਂ ਜੇਠ ਹਾੜ ਦੀਆਂ ਜਦੋਂ ਗਰਮੀਆਂ ਵੇਖਦੇ ਹਾਂ, ਉਸ ਵੇਲੇ ਆਪਾਂ ਏਸੀ ਦੇ ਵਿੱਚ ਬੈਠੇ ਹੋਏ ਵੀ ਗਰਮੀ ਮਹਿਸੂਸ ਕਰਦੇ ਹਾਂ, ਪਰ ਉਸ ਗਰਮੀ ਦੇ ਵਿੱਚ ਮਾਈਆਂ ਬੀਬੀਆਂ ਭੈਣਾਂ ਤਵੀ ਦੇ ਕਿਨਾਰੇ ਬੈਠ ਕਰਕੇ ਜਿਹੜੇ ਪ੍ਰਸ਼ਾਦੇ ਨੇ ਉਹ ਪਕਾਉਂਦੀਆਂ ਨੇ। ਇਹ ਕਿਸੇ ਤਪ ਦੇ ਨਾਲੋਂ ਘੱਟ ਨਹੀਂ। ਫਿਰ ਆਪਾਂ ਦੂਸਰਾ ਵੇਖਦੇ ਹਾਂ ਕਿ ਆਪਾਂ ਠੰਡਾਂ ਦੇ ਵਿੱਚ ਜਿਹੜੇ 9-9 ਵਜੇ ਤੱਕ ਆਪਾਂ ਰਜਾਈ ਨਹੀਂ ਛੱਡਦੇ, 2 ਵਜੇ 3 ਵਜੇ ਉੱਠ ਕੇ ਇਸ਼ਨਾਨ ਕਰਨਾ, ਇਹ ਕਿਸੇ ਤਪ ਦੇ ਨਾਲੋਂ ਘੱਟ ਨਹੀਂ। ਫਿਰ ਕਿਸੇ ਦੇ ਜਿਹੜੇ ਕਬੂਲ ਸਹਾਰ ਲੈਣਾ, ਇਹ ਕਿਸੇ ਦੇ ਨਾਲੋਂ ਕਿਸੇ ਤਪ ਨਾਲੋਂ ਘੱਟ ਨਹੀਂ। ਕਿਉਂਕਿ ਪੰਡਤ ਹਰਦਿਆਲ ਜੀ ਦੇ ਇਸੇ ਗ੍ਰੰਥ ਦੇ ਅੰਦਰ ਪਾਵਨ ਬਚਨ ਹਨ, ਤਪ ਨਾ ਖਿਮਾ ਸਮਝਾਨ, ਕਿ ਜਿਹੜਾ ਕਿਸੇ ਨੂੰ ਖਿਮਾ ਕਰਨੀ ਇਸ ਦੇ ਵਰਗਾ ਕੋਈ ਤਪ ਨਹੀਂ। ਕਿਉਂ ਨਹੀਂਗਾ? ਜਿਹੜਾ ਤਪ ਹੈ ਇਹ ਕਿਸੇ ਦੂਸਰੇ ਮਨੁੱਖ ਨੂੰ, ਜਦੋਂ ਆਪਾਂ ਕੋਈ ਬੋਲ ਕਬੂਲ ਬੋਲਦੇ ਹਾਂ ਤੇ ਸਰੀਰ ਤਪ ਜਾਂਦਾ ਹੈ, ਸਰੀਰ ਦੇ ਅੰਦਰ ਬਹੁਤ ਕ੍ਰੋਧ ਆਉਂਦਾ ਹੈ। ਉਹ ਸਾਹਮਣੇ ਮੁੰਡਾ ਬੈਠਾ ਉਹਨੂੰ ਕਿਹਾ ਗੋਡੇ ਨਾਲ ਲਾ। ਤੇ ਇਸ ਲਈ ਜਿਹੜੇ ਪਾਵਨ ਬਚਨ ਹਨ ਕਿ ਜਿਹੜਾ ਤਪ ਨਾ ਖਿਮਾ ਸਮਝਾਨ, ਕਿ ਜਿਹੜਾ ਤਪ ਕਰਨਾ ਖਿਮਾ ਕਰ ਦੇਣੀ, ਇਸ ਦੇ ਵਰਗਾ ਕੋਈ ਤਪ ਨਹੀਂ। ਤੇ ਅੱਗੇ ਪਾਵਨ ਬਚਨ ਲਿਖਦੇ ਹਨ ਦਾਨ, ਕਿ ਜਿਹੜਾ ਦਾਨ ਕਰਨਾ, ਆਪਣੇ ਜੀਵਨ ਦੇ ਵਿੱਚੋਂ ਸਮਾਂ ਦਾਨ ਕਰਨਾ, ਆਪਣੇ ਜੀਵਨ ਦੇ ਵਿੱਚੋਂ ਜਿਹੜਾ ਕੋਈ ਮਾਇਆ ਆਦਿਕ ਹੈ ਉਸ ਦਾ ਦਸਵੰਧ ਕੱਢਣਾ। ਇਸ ਨੂੰ ਆਖਿਆ ਜਾਂਦਾ ਹੈ ਕਿ ਧਰਮ ਦਾ ਜਿਹੜਾ 7ਵਾਂ ਗੁਣ ਉਹ ਹੈ ਦਾਨ ਕਰਨਾ। ਖਿਮਾ ਅਹਿੰਸਾ ਦਇਆ ਮ੍ਰਿਦ ਸਤ ਬਚਨ ਤਪ ਦਾਨ, ਸੀਲ ਸੌਚ ਤ੍ਰਿਸ਼ਨਾ ਬਿਨਾ। ਤੇ 8ਵਾਂ ਗੁਣ ਕਿਹੜਾ ਹੋਣਾ ਚਾਹੀਦਾ ਧਰਮੀ ਮਨੁੱਖ ਦੇ ਅੰਦਰ? ਸੀਲ। ਉਹ ਜਤ ਸਤ ਦਾ ਪੱਕਾ ਹੋਵੇ। ਉਸ ਦੀ ਜਿਹੜੀ ਬੋਲ ਬਾਣੀ ਹੈ ਉਹ ਕਿਸੇ ਦੇ ਲਈ ਜਿੱਥੇ ਸੁੱਖ ਨਹੀਂ ਦੇ ਸਕਦੀ ਉੱਥੇ ਉਹ ਦੁੱਖ ਨਾ ਦੇਵੇ। ਤੇ ਸੀਲ ਸੌਚ। 9ਵਾਂ ਗੁਣ ਕਿਹੜਾ ਹੋਣਾ ਚਾਹੀਦਾ ਹੈ? ਉਹ ਹੈ ਸੌਚ, ਪਵਿੱਤਰਤਾਈ ਰੱਖੇ। ਪਵਿੱਤਰਤਾਈ ਜਿਹੜੀ ਵਿਦਵਾਨਾਂ ਨੇ 2 ਤਰ੍ਹਾਂ ਦੀ ਲਿਖੀ ਹੈ, ਇੱਕ ਹੁੰਦੀ ਹੈ ਮਨ ਕਰਕੇ ਔਰ ਇੱਕ ਹੁੰਦੀ ਹੈ ਸਰੀਰ ਕਰਕੇ। ਜਿਹੜੀ ਮਨ ਕਰਕੇ ਸੁਚਮਤਾਈ ਇਹ ਹੈ ਕਿ ਮਨ ਦੇ ਵਿੱਚ ਕੋਈ ਵਿਕਾਰ ਨਾ ਆਉਣ ਦੇਣੇ, ਮਨ ਦੇ ਵਿੱਚ ਕਿਸੇ ਦਾ ਬੁਰਾ ਨਾ ਸੋਚਣਾ, ਇਹ ਹੁੰਦਾ ਹੈ ਮਨ ਦੀ ਸੁਚਮਤਾ ਰੱਖਣੀ। ਤੇ ਦੂਸਰੀ ਹੈ ਜਿਹੜਾ ਸਰੀਰ ਹੈ, ਸਰੀਰ ਦੇ ਉੱਪਰ ਵੀ ਸਾਫ ਸੁਥਰੇ ਕੱਪੜੇ ਪਾਉਣੇ, ਇਸ਼ਨਾਨ ਆਦਿ ਕਰਨਾ। ਕਿਉਂਕਿ ਜਿਹੜਾ ਮੈਲਾ ਮਨ ਹੈ, ਜਹਾਂ ਸਫਾਈ ਤਹਾਂ ਖੁਦਾਈ।
ਜਿੱਥੇ ਸਫਾਈ ਹੁੰਦੀ ਹੈ ਮਨ ਦੀ ਔਰ ਸਰੀਰ ਦੀ, ਉੱਥੇ ਖੁਦਾਈ ਵਸਦੀ ਹੈ। ਇਸ ਲਈ ਪੰਡਤ ਹਰਦਿਆਲ ਜੀ 9ਵਾਂ ਗੁਣ ਲਿਖਦੇ ਹਨ ਕਿ ਸੌਚ ਪਵਿੱਤਰਤਾਈ ਧਾਰਨ ਕਰਨ ਵਾਲਾ ਹੋਵੇ। ਤੇ 10ਵਾਂ ਗੁਣ ਲਿਖਦੇ ਹਨ ਤ੍ਰਿਸ਼ਨਾ ਬਿਨਾ। ਜਿਹੜੀ ਤ੍ਰਿਸ਼ਨਾ ਦੀ ਅਗਨੀ ਹੈ, ਇੱਕ ਹੁੰਦੀ ਹੈ ਆਸਾ, ਇੱਕ ਹੁੰਦੀ ਹੈ ਤ੍ਰਿਸ਼ਨਾ। ਇੱਕ ਵਸਤੂ ਨੂੰ ਪ੍ਰਾਪਤ ਕਰਨ ਨੂੰ ਆਖਿਆ ਜਾਂਦਾ ਹੈ ਆਸਾ, ਤੇ ਇੱਕ ਵਸਤੂ ਦੀ ਪ੍ਰਾਪਤੀ ਤੋਂ ਬਾਅਦ ਵਾਲੀ ਇੱਛਾ ਨੂੰ ਆਖਿਆ ਜਾਂਦਾ ਹੈ ਤ੍ਰਿਸ਼ਨਾ। ਜਿਹੜੀ ਵਾਰ-ਵਾਰ ਆਸਾ ਉਪਜਣੀ, ਵਾਰ-ਵਾਰ ਇੱਛਾ ਪੈਦਾ ਹੋਣੀ, ਇਸ ਨੂੰ ਆਖਿਆ ਜਾਂਦਾ ਹੈ ਤ੍ਰਿਸ਼ਨਾ। ਇਹ ਜਿਹੜੇ 10 ਗੁਣ ਹਨ, ਇਹ ਹਨ ਉਸ ਧਰਮ ਦੀ ਪੌੜੀ ਦੇ ਡੰਡੇ। ਤੇ ਇਸ ਉੱਪਰ ਚੱਲਦਿਆਂ ਹੋਇਆਂ ਹਰ ਕੋਈ ਮਨੁੱਖ ਨਹੀਂ ਚੱਲ ਸਕਦਾ। ਨਾਲ ਹੀ ਬਚਨ ਲਿਖੇ ਹਨ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ। ਕਿ ਕੋਈ ਜਿਹੜਾ ਵੱਡਿਆਂ ਭਾਗਾਂ ਵਾਲਾ ਹੈ, ਜਿਸ ਦੀ ਸਾਧੂ ਮਹਾਤਮਾ ਦੀ ਸੰਗਤ ਹੁੰਦੀ ਹੈ, ਚੰਗੇ ਵਿਦਵਾਨ ਮਹਾਂਪੁਰਖਾਂ ਦੇ ਨਾਲ ਬੈਠਣਾ ਉੱਠਣਾ ਹੁੰਦਾ ਹੈ, ਉਹਨਾਂ ਨੂੰ ਇਹ ਜਿਹੜੇ ਧਰਮ ਦੇ ਗੁਣ ਨੇ ਉਹ ਪ੍ਰਾਪਤ ਹੁੰਦੇ ਨੇ। ਤੇ ਇਸ ਲਈ ਪਾਵਨ ਗੁਰਬਾਣੀ ਦੇ ਵੀ ਇਹ ਬਚਨ ਹਨ ਕਿ ਐਸੇ ਜਿਹੜੇ ਵਡਭਾਗੀ ਹਨ, ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਕਿ ਇਸ ਤਰ੍ਹਾਂ ਦੇ ਜਿਹੜੇ ਸੰਤ ਮਹਾਤਮਾ ਨੇ ਉਹ ਵਿਰਲੇ ਹਨ। ਤੇ ਜਿਹੜੀ ਸੰਗਤ ਮਹਾਤਮਾ ਦੀ ਹੈ, ਉਹ ਜਿੱਥੇ ਆਪ ਦਾ ਉਧਾਰ ਕਰਦਾ ਹੈ, ਉੱਥੇ ਹੋਰਨਾਂ ਗੁਰਸਿੱਖਾਂ ਦਾ ਵੀ ਉਧਾਰ ਕਰਨ ਦੀ ਸਮਰੱਥਾ ਰੱਖਦੇ ਹਨ। ਜਿਵੇਂ ਆਪਾਂ ਵੇਖਦੇ ਹਾਂ ਕਿ ਮਹਾਂਪੁਰਖਾਂ ਦੀ ਆਪਾਂ ਬਰਸੀ ਦੇ ਸਮਾਗਮ ਦੇ ਉੱਪਰ ਜੁੜਦੇ ਹਾਂ, ਤੇ ਉਹਨਾਂ ਮਹਾਂਪੁਰਖਾਂ ਦੇ ਕਰਕੇ ਆਪਣੇ ਕਿੰਨਿਆਂ ਦਾ ਭਲਾ ਹੋ ਰਿਹਾ ਹੈ। ਕੋਈ ਕੀਰਤਨ ਰੂਪ ਦੇ ਵਿੱਚ ਹਾਜ਼ਰੀ ਭਰ ਰਿਹਾ ਹੈ, ਕੋਈ ਕਥਾ ਰੂਪ ਦੇ ਵਿੱਚ ਹਾਜ਼ਰੀ ਭਰ ਰਿਹਾ ਹੈ, ਕੋਈ ਸੇਵਾ ਰੂਪ ਵਿੱਚ ਹਾਜ਼ਰੀ ਭਰ ਰਿਹਾ ਹੈ, ਕੋਈ ਕਥਾ ਸ਼ਰਵਣ ਕਰਨ ਦੀ ਹਾਜ਼ਰੀ ਭਰ ਰਿਹਾ ਹੈ। ਤੇ ਆਮ ਕਰਕੇ ਆਖਿਆ ਜਾਂਦਾ ਹੈ ਕਿ ਸਾਧੂ ਮਹਾਤਮਾ ਹੁੰਦੇ ਹੀ ਨਹੀਂ। ਤੇ ਜਦੋਂ ਆਪਾਂ ਪਾਵਨ ਗੁਰਬਾਣੀ ਨੂੰ ਪੜ੍ਹ ਕੇ ਵੇਖਦੇ ਹਾਂ, ਕੋਈ ਸਾਧੂ ਸ਼ਬਦ ਆਉਂਦਾ ਹੈ, ਕੋਈ ਬ੍ਰਹਮ ਗਿਆਨੀ ਸ਼ਬਦ ਆਉਂਦਾ ਹੈ, ਤੇ ਉੱਥੇ ਆਪਾਂ ਉਹਨਾਂ ਸ਼ਬਦਾਂ ਦੀ ਫਿਰ ਵਿਆਖਿਆ ਕੀ ਕਰਾਂਗੇ। ਜਿਵੇਂ ਇੱਕ ਤਾਂ ਪ੍ਰਤੱਖ ਹੀ ਬਚਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਆਪਾਂ ਪੜ੍ਹਦੇ ਹਾਂ ਕਿ ਪਰਮੇਸ਼ਰ ਵਾਹਿਗੁਰੂ ਦੀ ਜਿਸ ਦੇ ਉੱਪਰ ਅੰਮ੍ਰਿਤ ਭਰੀ ਦ੍ਰਿਸ਼ਟੀ ਹੋ ਜਾਂਦੀ ਹੈ, ਉਸ ਦਾ ਜੀਵਨ ਕਿਸ ਤਰ੍ਹਾਂ ਤਬਦੀਲ ਹੁੰਦਾ ਹੈ। ਉਹ ਬਚਨ ਹਨ ਅੰਮ੍ਰਿਤ ਦ੍ਰਿਸ਼ਟ ਵੇਖੈ ਹੋਏ ਸੰਤ। ਕਿ ਵਾਹਿਗੁਰੂ ਪਰਮੇਸ਼ਰ ਜਿਸ ਮਨੁੱਖ ਦੇ ਉੱਪਰ ਵੀ ਇੱਕ ਵਾਰ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਦੇ ਨਾਲ ਵੇਖ ਲੈਣ, ਉਸ ਨੂੰ ਸੰਤ ਮਹਾਤਮਾ ਵਾਲਾ ਜੀਵਨ ਪ੍ਰਾਪਤ ਹੋ ਜਾਂਦਾ ਹੈ। ਤੇ ਜੇ ਹੁਣ ਮਨੁੱਖ ਇਸ ਪੰਕਤੀ ਦੀ ਵਿਆਖਿਆ ਸੁਣ ਕੇ ਪੜ੍ਹ ਕੇ ਇਹ ਆਖੇ ਕਿ ਸੰਤ ਹੁੰਦੇ ਹੀ ਨਹੀਂ, ਤੇ ਫਿਰ ਇਸ ਪੰਕਤੀ ਦਾ ਅਰਥ ਕੀ ਕੀਤਾ ਜਾਵੇਗਾ, ਉਹ ਵੀ ਨਾਲ ਦੱਸਣਾ ਚਾਹੀਦਾ ਹੈ। ਇਸ ਲਈ ਜਿਹੜੀਆਂ ਇਹਨਾਂ ਸ਼ੰਕਾਵਾਂ ਦੇ ਵਿੱਚ ਵੀ ਸਾਨੂੰ ਨਹੀਂ ਪੈਣਾ ਚਾਹੀਦਾ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਸਾਧੂ ਮਹਾਤਮਾ ਹੋਏ ਨੇ ਤੇ ਅੱਜ ਵੀ ਮੌਜੂਦ ਨੇ, ਪਰ ਗੱਲ ਇਹ ਹੈ ਕਿ ਆਪਾਂ ਨੂੰ ਪਹਿਚਾਣ ਨਹੀਂ, ਕਿਉਂਕਿ ਹੀਰੇ ਦੀ ਜਿਹੜੀ ਪਹਿਚਾਣ ਹੈ ਉਹ ਇੱਕ ਜੌਹਰੀ ਕਰ ਸਕਦਾ ਹੈ। ਆਮ ਕਰਕੇ ਹੀਰਿਆਂ ਦੀ ਪਹਿਚਾਣ ਕੋਈ ਮਨੁੱਖ, ਕੋਈ ਲੋਹਾ ਘੜਨ ਵਾਲਾ ਨਹੀਂ ਕਰ ਸਕਦਾ। ਇਸ ਲਈ ਚੰਗੇ ਸੋਨੇ ਦੀ, ਜਿਹੜਾ 24 ਕੈਰਟ ਦਾ ਸੋਨਾ ਹੁੰਦਾ ਹੈ, ਉਸ ਦੀ ਜਿਹੜੀ ਪਹਿਚਾਣ ਹੈ ਉਹ ਇੱਕ ਜਿਹੜਾ ਚੰਗਾ ਕੋਈ ਸੁਨਿਆਰ ਹੈ ਉਹ ਹੀ ਕਰ ਸਕਦਾ ਹੈ। ਇਸ ਲਈ ਸਤਿਗੁਰੂ ਸਾਹਿਬਾਨ ਜੀ ਕਿਰਪਾ ਕਰਨ, ਇਹ ਜਿਹੜੇ ਗੁਣ ਹਨ ਇਹਨਾਂ ਦੇ ਵੀ ਅਸੀਂ ਧਾਰਨੀ ਹੋਈਏ। ਸੋ ਸਤਿਗੁਰੂ ਜੀ ਜਿਸ ਪ੍ਰਕਾਰ ਅੱਜ ਦੇ ਪਾਵਨ ਸ਼ਬਦ ਦੇ ਅੰਦਰ, ਕਿਉਂਕਿ ਆਪਾਂ ਗੱਲ ਕੀਤੀ ਹੈ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਤੇ ਉਹ ਕੋੜੇ ਕਿਹੜੇ ਵਡਭਾਗੀ ਹਨ ਤੇ ਕਿਵੇਂ ਉਹਨਾਂ ਨੂੰ ਸਾਧੂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਉਹੀ ਬਚਨ ਅੱਜ ਦੇ ਪਾਵਨ ਸ਼ਬਦ ਦੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੀਏ ਜੀ। ਤਨਾਸਰੀ ਮਹੱਲਾ ਪੰਜਵਾ।
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਧਨਾਸਰੀ ਰਾਗਣੀ ਦੇ ਅੰਦਰ ਬਚਨ ਉਚਾਰਦੇ ਹਨ। ਇਹ ਜਿਹੜੇ ਬਚਨ ਆਏ ਹਨ ਕਿ ਫਿਰਤ ਫਿਰਤ ਸਾਧੂ ਜਨ ਭੇਟੇ ਗੁਰ ਪੂਰੇ ਸਮਝਾਇਆ। ਇੱਦਾਂ ਦੇ ਬਿਲਕੁਲ ਬਚਨ ਇੱਕ ਵਿਦਾਂਤ ਦਾ ਗ੍ਰੰਥ ਹੈ ਵਿਚਾਰ ਮਾਲਾ, ਉਸ ਦੇ ਅੰਦਰ ਕਵੀ ਅਨਾਥ ਜੀ ਨੇ ਲਿਖੇ ਹਨ ਕਿ ਰਾਮ ਮਇਆ ਸਤਿਗੁਰ ਦਇਆ ਸਾਧ ਸੰਗ ਜਬ ਹੋਏ, ਕਿ ਜਦੋਂ ਸਾਧੂ ਮਹਾਤਮਾ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਫਿਰ ਸਤਿਗੁਰ ਦਇਆ, ਜਿਹੜੇ ਸਤਿਗੁਰੂ ਹਨ ਉਹ ਸਾਡੇ ਉੱਪਰ ਦਇਆ ਕਰਦੇ ਹਨ, ਪਰਮੇਸ਼ਰ ਦਾ ਨਾਮ ਜਪਾਉਂਦੇ ਹਨ, ਸਾਨੂੰ ਸੇਵਾ ਸਿਮਰਨ ਦੇ ਵਿੱਚ ਜੋੜਦੇ ਹਨ। ਤੇ ਸਤਿਗੁਰੂ ਦੀ ਦਇਆ ਤੋਂ ਬਾਅਦ ਹੁੰਦੀ ਹੈ ਰਾਮ ਮਇਆ, ਪਰਮੇਸ਼ਰ ਵਾਹਿਗੁਰੂ ਦੀ ਰਮੇ ਹੋਏ ਵਾਹਿਗੁਰੂ ਦੀ ਜਿਹੜੀ ਮਇਆ ਮਿਹਰ ਹੈ ਉਹ ਹੋ ਜਾਂਦੀ ਹੈ। ਉਹੀ ਬਚਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਲਿਖ ਰਹੇ ਹਨ ਕਿ ਫਿਰਤ ਫਿਰਤ ਸਾਧੂ ਜਨ ਭੇਟੇ, ਕਿ ਇਸ ਜਨਮ ਦੇ ਵਿੱਚ ਭਾਲਦਿਆਂ ਹੋਇਆਂ ਫਿਰਦਿਆਂ ਹੋਇਆਂ ਜਾਂ ਜਨਮਾਂ ਜਨਮਾਂਤਰਾਂ ਤੋਂ ਕਦੇ ਆਪਾਂ ਪਸ਼ੂ ਬਣੇ, ਕਦੇ ਪੰਛੀ ਬਣੇ, ਕਦੇ ਮੱਛੀ ਬਣੀ, ਇਹਨਾਂ ਜੂਨਾਂ ਵਿੱਚ 84 ਲੱਖ ਜੂਨਾਂ ਵਿੱਚ ਭੌਂਦਿਆਂ ਹੋਇਆਂ ਸਾਧੂ ਜਨ ਭੇਟੇ, ਜਿਹੜੇ ਜਨ ਪਿਆਰੇ ਮਹਾਤਮਾ ਹਨ ਉਹ ਭੇਟੇ ਮੈਨੇ ਮਿਲੇ, ਉਹਨਾਂ ਦੀ ਸਾਨੂੰ ਸੰਗਤ ਪ੍ਰਾਪਤ ਹੋਈ। ਤੇ ਪ੍ਰਾਪਤ ਕਿਵੇਂ ਹੋਈ? ਗੁਰ ਪੂਰਾ ਸਮਝਾਇਆ। ਸਾਧੂ ਮਹਾਤਮਾ ਨੇ ਉਸ ਤੋਂ ਬਾਅਦ ਕੀ ਕੀਤਾ ਕਿ ਜਿਹੜੇ ਗੁਰੂ ਸਾਹਿਬਾਨ ਹਨ ਉਹਨਾਂ ਦੀ ਪਹਿਚਾਣ ਕਰਵਾਈ। ਤੇ ਸਾਧੂ ਦਾ ਅਰਥ ਆਪਾਂ ਕੱਲ੍ਹ ਵੀ ਸ਼ਰਵਣ ਕੀਤੇ ਸਨ ਕਿ ਸਾਧੂ ਸਿਰਫ ਇੱਕ ਵਿਸ਼ੇਸ਼ ਪਦਵੀ ਦੇ ਉੱਪਰ ਬੈਠਾ ਹੋਇਆ ਮਨੁੱਖ ਨਹੀਂ, ਜਿਹੜਾ ਸਾਨੂੰ ਸਿੱਧੇ ਰਸਤੇ 'ਤੇ ਤੋਰ ਰਿਹਾ ਹੈ, ਸਾਨੂੰ ਕੋਈ ਵਿੱਦਿਆ ਪੜ੍ਹਾ ਰਿਹਾ ਹੈ, ਉਹ ਵੀ ਕਿਸੇ ਸਾਧੂ ਤੋਂ ਘੱਟ ਨਹੀਂ, ਕਿਉਂਕਿ ਉਹ ਵੀ ਸਾਨੂੰ ਗੁਰੂ ਸਾਹਿਬਾਨਾਂ ਦੇ ਨਾਲ ਇੱਕ ਜੋੜਨ ਦਾ ਜ਼ਰੀਆ ਹੈ। ਸਤਿਗੁਰੂ ਜੀ ਬਚਨ ਉਚਾਰਦੇ ਹਨ ਕਿ ਗੁਰ ਪੂਰਾ ਸਮਝਾਇਆ, ਕਿ ਉਹਨਾਂ ਸਾਧੂ ਮਹਾਤਮਾ ਨੇ ਔਰ ਜਦੋਂ ਸੰਗਤ ਕਰਦਿਆਂ ਉਹਨਾਂ ਨੇ ਗੁਰਬਾਣੀ ਦੇ ਨਾਲ ਜੋੜਿਆ। ਤੇ ਸਾਧੂ ਮਹਾਤਮਾ ਨੇ ਔਰ ਗੁਰਾਂ ਨੇ ਸਾਨੂੰ ਇੱਕ ਗੱਲ ਸਮਝਾਈ ਹੈ। ਉਹ ਕਿਹੜੀ ਗੱਲ ਹੈ? ਅਗਲੀ ਪੰਕਤੀ ਵਿੱਚ ਦੱਸਣਾ ਕਰਦੇ ਹਨ। ਆਨ ਸਗਲ ਬਿਦ ਕਾਮ ਨ ਆਵੈ, ਹਰ ਹਰ ਨਾਮ ਧਿਆਇਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਹਨ ਕਿ ਸਾਧੂ ਮਹਾਤਮਾ ਨੇ ਔਰ ਸਾਡੇ ਵੱਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇੱਕ ਗੱਲ ਸਮਝਾਈ ਹੈ ਕਿ ਆਨ ਸੰਜਮ, ਜਿਹੜੇ ਹੋਰ ਵਿਧੀ ਵਿਧਾਨ ਹਨ, ਜਿਹੜੇ ਇਸ ਸੰਸਾਰ ਤੋਂ ਤਰਨ ਦੇ ਹੋਰ ਤੌਰ ਤਰੀਕੇ ਹਨ, ਉਹ ਕੰਮ ਨਹੀਂ ਆਉਂਦੇ, ਕਿਉਂਕਿ ਕਰਮ ਧਰਮ ਪਾਖੰਡ ਜੋ ਦਿਸ ਹੈ, ਤਿਨ ਜਮ ਜਾਗਾਤੀ ਲੂਟੈ। ਇਹ ਜਿਹੜੇ ਆਪਾਂ ਧਰਮ ਦੀ ਓਟ ਹੇਠ ਬੜੇ ਬੜੇ ਕੁਕਰਮ ਕਰਦੇ ਹਾਂ, ਆਪਾਂ ਸੋਚਦੇ ਹਾਂ ਕਿ ਸਾਡੇ ਵਰਗਾ ਕੋਈ ਮਨੁੱਖ ਨਹੀਂ, ਪਰ ਸਤਿਗੁਰਾਂ ਨੇ ਪ੍ਰਤੱਖ ਬਚਨ ਲਿਖੇ ਹੋਏ ਨੇ ਕਿ ਕਰਮ ਧਰਮ ਪਾਖੰਡ ਜੋ ਦਿਸ ਹੈ, ਜਿਹੜੇ ਧਰਮ ਦੀ ਆੜ ਵਿੱਚ ਜਿਹੜੇ ਕੁਕਰਮ ਦਿਸਦੇ ਹਨ, ਜਿਹੜੇ ਆਪਾਂ ਆਖਦੇ ਹਾਂ ਕਿ ਧਰਮ ਇੱਦਾਂ ਆਖਦਾ ਹੈ, ਜਿਹੜਾ ਸਹੀ ਮਨੁੱਖ ਹੈ, ਸਹੀ ਜਿਹੜਾ ਧਰਮੀ ਮਨੁੱਖ ਹੈ, ਉਸ ਨੂੰ ਨਾ ਤਾਂ ਇਸ ਲੋਕ ਦਾ ਕੋਈ ਦੁੱਖ ਹੈ, ਨਾ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕੋਈ ਡਰ ਹੈ, ਤੇ ਨਾ ਹੀ ਪਰਲੋਕ ਦੇ ਵਿੱਚ ਗਿਆ ਹੋਇਆਂ ਨੂੰ ਕੋਈ ਗਮ ਹੈ। ਐਸੇ ਮਹਾਤਮਾ ਦੇ ਲਈ ਤਾਂ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਹਨ ਕਿ ਉਹਨਾਂ ਨੂੰ ਜਿੱਥੇ ਇਸ ਸੰਸਾਰ ਦੇ ਵਿੱਚ ਸ਼ੋਭਾ ਪ੍ਰਾਪਤ ਹੁੰਦੀ ਹੈ, ਉੱਥੇ ਇਸ ਲੋਕ ਤੋਂ ਗਿਆ ਹੋਇਆਂ ਨੂੰ ਰੇ ਰੇ ਦਰਗਹ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਚੰਗਾ ਜਿਹੜਾ ਆਦਰ ਹੈ, ਚੰਗਾ ਜਿਹੜਾ ਮਾਣ ਸਤਿਕਾਰ ਹੈ, ਉਹ ਧਰਮ ਰਾਜਾ ਵੀ ਕਰਦਾ ਹੈ। ਉਹਨਾਂ ਨੂੰ ਰੇ ਰੇ ਓਏ ਓਏ ਕਹਿ ਕੇ ਨਹੀਂ ਉੱਥੇ ਬੁਲਾਇਆ ਜਾਂਦਾ, ਉੱਥੇ ਵੀ ਉਹਨਾਂ ਦਾ ਸਤਿਕਾਰ ਹੀ ਹੁੰਦਾ ਹੈ। ਜਿਵੇਂ ਇੱਕ ਪਿੰਡ ਦਾ ਕੋਈ ਸਰਪੰਚ ਦੂਸਰੀ ਜਗ੍ਹਾ ਚਲਾ ਜਾਵੇ, ਉਸ ਨੂੰ ਕੋਈ ਪਹਿਚਾਣਦਾ ਹੀ ਨਹੀਂ ਕਿ ਇਹ ਕੌਣ ਹੈ,
ਪਰ ਜਿਹੜੇ ਸਾਧੂ ਮਹਾਤਮਾ ਨੇ ਉਹਨਾਂ ਦੇ ਚਿਹਰੇ ਦੇ ਉੱਪਰ ਐਸਾ ਨੂਰ ਹੁੰਦਾ ਹੈ ਕਿ ਉਹ ਕਿਤੇ ਵੀ ਜਾਣ, ਚਾਹੇ ਉਹ ਆਪਣੇ ਇਲਾਕੇ ਦੇ ਵਿੱਚ ਹੋਣ, ਚਾਹੇ ਕਿਸੇ ਹੋਰ ਇਲਾਕੇ ਵਿੱਚ ਚਲੇ ਜਾਣ, ਇਲਾਕਾ ਛੱਡੋ ਇਸ ਲੋਕ ਤੋਂ ਪਰਲੋਕ ਦੇ ਵਿੱਚ ਚਲੇ ਜਾਣ, ਫਿਰ ਵੀ ਉਹਨਾਂ ਦੀ ਸ਼ੋਭਾ ਹੀ ਹੁੰਦੀ ਹੈ। ਸਤਿਗੁਰੂ ਜੀ ਪਾਵਨ ਬਚਨ ਉਚਾਰਨ ਕਰਦੇ ਹਨ ਕਿ ਆਨ ਸਗਲ ਵਿਦ ਕਾਮ ਨਾ ਆਵੇ, ਕਿ ਜਿਹੜੀਆਂ ਹੋਰ ਵਿਧੀਆਂ ਵਿਧਾਨ ਆਪਾਂ ਮਨ ਹੀ ਮਨ ਸੋਚਦੇ ਹਾਂ, ਤੇ ਮਨ ਵਿੱਚ ਸੋਚਦਿਆਂ ਕਈ ਵਾਰ ਮਨ ਕੀ ਮਨ ਹੀ ਮਾਹਿ ਰਹੀ, ਨਾ ਹਰ ਭਜੇ ਨਾ ਗੁਰਜਨ ਸੇਵੇ, ਚੋਟੀ ਕਾਲ ਗਹੀ। ਕਿ ਮਨੁੱਖ ਮਨ ਹੀ ਮਨ ਸੋਚਦਾ ਹੈ ਕਿ ਹਜੇ ਨੌਜਵਾਨ ਦੀ ਉਮਰ ਹੈ, ਕੁਝ ਜਿਹੜੇ ਘਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਪੂਰੀਆਂ ਕਰਕੇ ਫਿਰ ਅੰਮ੍ਰਿਤ ਛਕਾਂਗੇ, ਫਿਰ ਅਸੀਂ ਗੁਰਬਾਣੀ ਪੜ੍ਹ ਲਵਾਂਗੇ। ਜਦੋਂ ਫਿਰ ਇਹਨਾਂ ਰੁਝੇਵਿਆਂ ਦੇ ਮਨੁੱਖ ਵਿੱਚ ਪੈ ਜਾਂਦਾ ਹੈ, ਫਿਰ ਸੋਚਦਾ ਕਿ ਚਲੋ ਬਥੇਰੀ ਉਮਰ ਹੈ, ਬੁਢੇਪੇ ਵੇਲੇ ਨਾਮ ਜਪ ਲਵਾਂਗੇ। ਪਰ ਹੁੰਦਾ ਕੀ ਹੈ ਕਿ ਮਨ ਕੀ ਮਨ ਹੀ ਮਾਹਿ ਰਹੀ, ਜਿਹੜਾ ਮਨ ਦੇ ਵਿੱਚ ਸੋਚ ਵਿਚਾਰ ਹੁੰਦੀ ਹੈ ਉਹ ਵਿੱਚ ਹੀ ਰਹਿ ਜਾਂਦੀ ਹੈ, ਕਿਉਂਕਿ ਚੋਟੀ ਚਕਾਲ ਗਈ, ਜਿਹੜੀ ਆਪਣੀ ਚੋਟੀ ਹੈ ਨਾ, ਭਾਵ ਜਿਹੜੀ ਜੀਵ ਆਤਮਾ ਹੈ, ਜਦੋਂ ਆਣ ਕਰਕੇ ਜਮਾ ਨੇ ਫੜ ਲਈ, ਉਹ ਜਿਹੜੀ ਮਨ ਦੇ ਵਿੱਚ ਸੋਚ ਵਿਚਾਰ ਹੁੰਦੀ ਹੈ ਉਹ ਮਨ ਵਿੱਚ ਹੀ ਰਹਿ ਜਾਂਦੀ ਹੈ। ਇਸ ਲਈ ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ ਕਿ ਜਿਹੜੀਆਂ ਹੋਰ ਵਿਧੀ ਵਿਧਾਨ ਆਪਾਂ ਸੋਚ ਰਹੇ ਹਾਂ, ਗੁਰੂ ਤੋਂ ਬੇਮੁਖ ਹੋ ਕੇ ਜਿਹੜਾ ਜੀਵਨ ਯਾਪਨ ਕਰ ਰਹੇ ਹਾਂ, ਉਹ ਕਿਤੇ ਵੀ ਕੰਮ ਨਹੀਂ ਆਉਣ ਵਾਲਾ। ਹਰ ਹਰ ਨਾਮ ਧਿਆਏ। ਇਸ ਲਈ ਭਾਈ ਗੁਰਸਿੱਖੋ, ਜਿਹੜਾ ਹਰੇਕ ਜਗ੍ਹਾ ਸਮਾਇਆ ਹੋਇਆ, ਹਰਿਆ ਭਰਿਆ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਉਸ ਦੇ ਨਾਮ ਨੂੰ ਧਿਆਉਣਾ ਕਰੋ। ਤਾਤੇ ਮੋਹੇ ਧਾਰੀ ਓਟ ਗੋਪਾਲ। ਇਸ ਪ੍ਰਕਾਰ ਸਤਿਗੁਰੂ ਜੀ ਆਖਦੇ ਨੇ ਕਿ ਅਸੀਂ ਉਸ ਵਾਹਿਗੁਰੂ ਦਾ ਨਾਮ ਜਪਿਆ ਹੈ, ਤਾਂ ਤੇ ਇਸ ਕਰਕੇ ਅਸੀਂ ਉਸ ਗੋਪਾਲ ਪਰਮੇਸ਼ਰ ਵਾਹਿਗੁਰੂ ਜਿਹੜਾ ਪਾਲਣਹਾਰ ਹੈ, ਉਸ ਦਾ ਅਸੀਂ ਓਟ ਆਸਰਾ ਤੱਕਣਾ ਕੀਤਾ ਹੈ। ਉਹਨਾਂ ਦੀ ਜਿਹੜੀ ਓਟ ਹੈ, ਮਨ ਦੇ ਵਿੱਚ ਅਸੀਂ ਧਾਰਨਾ ਕੀਤੀ ਹੈ। ਸਰਨ ਪਰਿਓ ਪੂਰਨ ਪਰਮੇਸ਼ਰ, ਬਿਰਸੇ ਸਗਲ ਜੰਜਾਲ। ਸਤਿਗੁਰੂ ਜੀ ਪਾਵਨ ਬਚਨ ਉਚਾਰਨ ਕਰਦੇ ਹਨ ਕਿ ਜਦੋਂ ਤੋਂ ਲੈ ਕਰਕੇ ਅਸੀਂ ਜਾਂ ਇਹ ਜਿਹੜਾ ਮਨੁੱਖ ਹੈ, ਸਰਨ ਪਰਿਓ ਪੂਰਨ ਪਰਮੇਸ਼ਰ, ਜਿਹੜਾ ਪੂਰਨ ਵਿਆਪਕ ਬ੍ਰਹਮ ਸਰੂਪ ਹੈ, ਪਰਮ ਐਸ਼ਵਰ ਪਰਮ ਵਿਭੂਤੀ ਦਾ ਜਿਹੜਾ ਮਾਲਕ ਹੈ, ਉਸ ਦੀ ਸ਼ਰਨ ਦੇ ਵਿੱਚ ਜਦੋਂ ਤੋਂ ਲੈ ਕੇ ਪਏ ਹਾਂ, ਸਗਲ ਜੰਜਾਲ ਬਿਨਸੈ, ਸਾਰੇ ਜਿਹੜੇ ਜੰਜਾਲ ਹਨ, ਜਿਹੜੇ ਝੱਖੜ, ਜਿਹੜੇ ਝੋਲੇ ਪਏ ਹੋਏ ਨੇ, ਉਹ ਨਾਸ਼ ਹੋ ਜਾਣਾ ਕਰਦੇ ਹਨ। ਰਹਾਉ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅੱਗੇ ਬਚਨ ਉਚਾਰਨ ਕਰਦੇ ਹਨ। ਸੁਰਗ ਮਿਰਤ ਪਇਆਲ ਭੂ ਮੰਡਲ, ਸਗਲ ਵਿਆਪੇ ਮਾਏ। ਸਤਿਗੁਰੂ ਜੀ ਪਾਵਨ ਬਚਨ ਉਚਾਰਨ ਕਰਦੇ ਹਨ ਕਿ ਸੰਸਾਰ ਦੀ ਹਾਲਤ ਕਿਸ ਤਰ੍ਹਾਂ ਦੀ ਬਣੀ ਹੋਈ ਹੈ। ਜਿੰਨੇ ਵੀ ਇਹ ਪਤਾਲ ਲੋਕ ਹਨ, ਇਹ ਜਿਹੜਾ ਮਾਤ ਲੋਕ ਜਿਸ ਦੇ ਉੱਪਰ ਆਪਾਂ ਰਹਿ ਰਹੇ ਹਾਂ, ਔਰ ਭੂ ਮੰਡਲ, ਜਿਹੜੀ ਪ੍ਰਿਥਵੀ ਦਾ ਜਿੰਨਾ ਵੀ ਮੰਡਲ ਗੋਲਾਕਾਰ ਆਕਾਰ ਹੈ, ਔਰ ਜਿਹੜੇ ਸਵਰਗ ਲੋਕ ਹਨ, ਸਾਰਿਆਂ ਦੇ ਵਿੱਚ ਹੈ ਸਰਬ ਵਿਆਪੈ ਮਾਏ। ਜਿਹੜੀ ਮਾਇਆ ਹੈ, ਜਿਹੜੀ ਧੁਖ ਦੁਖੀ ਹੈ, ਉਹ ਬਲ ਰਹੀ ਹੈ, ਕਿਉਂਕਿ ਜਿੱਥੇ ਇਹ ਸੰਸਾਰੀ ਮਨੁੱਖਾਂ ਨੂੰ ਮਾਇਆ ਨੇ ਬਹੁਤ ਭਰਮ ਦੇ ਵਿੱਚ ਪਾਇਆ ਹੋਇਆ ਹੈ, ਉੱਥੇ ਹੀ ਜਿਹੜੇ ਦੇਵੀ ਦੇਵਤੇ ਨੇ ਉਹ ਵੀ ਨਹੀਂ ਬਚ ਸਕੇ। ਸਤਿਗੁਰੂ ਸਾਹਿਬਾਨ ਜੀ ਦੇ ਅੱਗੇ ਬੇਨਤੀ ਕਰੀਏ ਕਿ ਇਹ ਜਿਹੜੀ ਮਾਇਆ ਹੈ, ਇਸ ਨੇ ਸਾਨੂੰ ਜਿਹੜਾ ਸਾਡਾ ਅਸਲੀ ਮਨੋਰਥ ਹੈ ਉਸ ਤੋਂ ਦੂਰ ਕਰ ਦੇਣਾ ਕੀਤਾ ਹੈ। ਸਤਿਗੁਰੂ ਜੀ ਪਾਵਨ ਬਚਨ ਉਚਾਰਨ ਕਰਦੇ ਹਨ ਕਿ ਇਸ ਜਿਹੜੀ ਮਾਇਆ ਨੇ ਸਾਰੇ ਲੋਕ ਪਰਲੋਕ ਭਰਮ ਦੇ ਵਿੱਚ ਪਾਏ ਹੋਏ ਹਨ। ਜੀ ਉਦਾਹਰਨ ਸਭ ਕੁਲ ਤਾਰਨ, ਹਰ ਹਰ ਨਾਮ ਧਿਆਏ। ਇਸ ਜਿਹੜਾ ਜੀਵ ਆਤਮਾ ਹੈ, ਜਾਂ ਇਹ ਜਿਹੜਾ ਜੀਵ ਮੈਨੇ ਜੀਵਾਂ ਨੂੰ
ਜੀਵਾਂ ਨੂੰ ਉਧਾਰਨ ਦੇ ਲਈ ਸਭ ਕੁਲ ਤਾਰਨ। ਜਿੰਨੀਆਂ ਵੀ ਸਾਡੀਆਂ ਕੁਲਾਂ ਨੇ ਉਹਨਾਂ ਨੂੰ ਤਾਰਨ ਦੇ ਲਈ ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਉਸ ਨੂੰ ਧਿਆਉਣਾ ਕਰੀਏ। ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ। ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਦੀ ਮੋਹਰ ਲਾ ਕੇ ਆਖਦੇ ਹਨ ਕਿ ਭਾਈ ਗੁਰਸਿੱਖੋ ਹਰੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਸ ਨੂੰ ਧਿਆਉਣਾ ਕਰੀਏ। ਪਾਈਐ ਸਰਬ ਨਿਧਾਨਾ। ਨਾਮ ਜਪਦਿਆਂ ਜਪਦਿਆਂ ਜਿੰਨੀਆਂ ਵੀ ਨਿਧੀਆਂ ਦੇ ਖਜ਼ਾਨੇ ਹਨ ਜਾਂ ਜਿਹੜਾ ਨਿਧੀਆਂ ਦਾ ਖਜ਼ਾਨੇ ਦਾ ਜਿਹੜਾ ਮਾਲਕ ਪਰਮੇਸ਼ਰ ਵਾਹਿਗੁਰੂ ਹੈ ਉਸ ਦੀ ਵੀ ਪ੍ਰਾਪਤੀ ਹੋ ਜਾਵੇਗੀ। ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ। ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ ਕਿ ਕਰ ਕਿਰਪਾ। ਅਸਲ ਜਿਹੜੀ ਸਾਰੀ ਖੇਡ ਹੈ ਉਹ ਕਿਰਪਾ ਤੇ ਰੁਕੀ ਹੋਈ ਹੈ, ਕਿਉਂਕਿ ਰਾਮ ਮਇਆ ਸਤਿਗੁਰ ਦਇਆ ਸਾਧ ਸੰਗ ਜਬ ਹੋਏ, ਕਿ ਜਦੋਂ ਤੱਕ ਗੁਰਾਂ ਦੀ ਜਿਹੜੀ ਕਿਰਪਾ ਨਹੀਂ ਹੁੰਦੀ, ਮਇਆ ਮਿਹਰ ਨਹੀਂ ਹੁੰਦੀ। ਕਰ ਕਿਰਪਾ ਜਿਸ ਦੇ ਸੁਆਮੀ। ਗੁਰੂ ਸਾਹਿਬਾਨ ਜੀ ਆਪ ਵਿੱਚ ਵਿਚੋਲੇ ਪੈ ਕਰਕੇ ਪਰਮੇਸ਼ਰ ਵਾਹਿਗੁਰੂ ਤੋਂ ਜਿਹੜੀ ਕਿਰਪਾ ਕਰਵਾ ਦੇਣ, ਔਰ ਜਿਹੜੀ ਨਾਮ ਰੂਪੀ ਵਸਤੂ ਹੈ ਜਿਹੜਾ ਇਸ ਲੋਕ ਤੋਂ ਤਾਰਨ ਵਾਲੀ ਹੈ, ਜਿਨ੍ਹਾਂ ਦੇ ਉੱਪਰ ਇਹ ਕਿਰਪਾ ਹੋਈ ਹੈ, ਵਿਰਲੇ ਕਾਹੂ ਜਾਨਾ। ਉਹ ਵਿਰਲੇ ਵਿਰਲੇ ਜਾਣੇ ਜਾਂਦੇ ਨੇ, ਜਾਂ ਜਿਹੜੀ ਇਹ ਦੁਰਲੱਭ ਵਸਤੂ ਹੈ ਉਹ ਕਿਸੇ ਵਿਰਲੇ ਵਿਰਲੇ ਟਾਵੇਂ ਟਾਵੇਂ ਮਨੁੱਖ ਦੇ ਹਿੱਸੇ ਆਈ ਹੈ। ਇਹੀ ਆਪਾਂ ਬਚਨ ਸ਼ੁਰੂ ਦੇ ਵਿੱਚ ਕੀਤੇ ਸਨ ਕਿ ਜਿਹੜੇ ਸਾਧੂ ਮਹਾਤਮਾ ਦੀ ਸੰਗਤ ਕਰਨ ਤੋਂ ਬਾਅਦ ਜਿਹੜੇ ਧਰਮ ਦੇ 10 ਗੁਣ ਹਨ ਉਹਨਾਂ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ, ਤੇ ਇਹ ਜਿਹੜੀ ਪ੍ਰਾਪਤੀ ਹੈ ਕੋਵਿਡ ਭਾਗੀ ਪਾਏ। ਉਹ ਕੋਈ ਵੱਡਿਆਂ ਭਾਗਾਂ ਵਾਲਾ ਪ੍ਰਾਪਤ ਕਰਦਾ ਹੈ। ਉਹੀ ਬਚਨ ਇਸ ਪਾਵਨ ਸ਼ਬਦ ਦੇ ਅਖੀਰ ਵਿੱਚ ਸਤਿਗੁਰਾਂ ਨੇ ਲਿਖੇ ਹਨ ਕਿ ਵਿਰਲੇ ਕਾਹੂ ਜਾਨਾ। ਉਹ ਵਿਰਲੇ ਵਿਰਲੇ ਟਾਵੇਂ ਟਾਵੇਂ ਮਨੁੱਖ ਹਨ ਜਿਨ੍ਹਾਂ ਨੇ ਇਸ ਜੁਗਤੀ ਦੀ ਪਹਿਚਾਣ ਕੀਤੀ ਹੈ। ਸਤਿਗੁਰੂ ਸਾਹਿਬਾਨ ਜੀ ਆਪਣੇ ਸਾਰਿਆਂ ਦੇ ਉੱਪਰ ਕਿਰਪਾ ਕਰਨ। ਆਪਾਂ ਵੀ ਇਹਨਾਂ ਬਚਨਾਂ ਦੇ ਧਾਰਨੀ ਹੋ ਕਰਕੇ ਪਹਿਲਾਂ ਆਪ ਜੁੜੀਏ। ਆਪ ਜੁੜਨ ਤੋਂ ਬਾਅਦ ਆਪਣੇ ਬੱਚਿਆਂ ਨੂੰ ਕੇਸਾਧਾਰੀ ਬਣਾਈਏ, ਕਿਉਂਕਿ ਇਹ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਇਹ ਇੱਕ ਗੁਰਸਿੱਖੀ ਦਾ ਮੁੱਢ ਹੈ, ਤੇ ਜਿਹੜੇ ਦਰਖਤ ਦਾ ਮੁੱਢ ਕਾਇਮ ਨਾ ਹੋਵੇ, ਮਜ਼ਬੂਤ ਨਾ ਹੋਵੇ, ਉਹ ਦਰਖਤ ਡਿੱਗਣ ਦਾ ਡਰ ਰਹਿੰਦਾ ਹੈ। ਇਸ ਲਈ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਇਸ ਨੂੰ ਵੀ ਆਪਾਂ ਗੁਰਸਿੱਖੀ ਵੱਲ ਤੋਰੀਏ। ਹੁਣ ਜੋ ਭੋਗ ਹੈ ਉਹਨਾਂ ਦੇ ਪਾਵਨ ਬਚਨ ਆਪਾਂ ਸ਼ਰਵਣ ਕਰਨੇ ਹਨ। ਸਤਿਗੁਰੂ ਸਾਹਿਬਾਨ ਜੀ ਕਿਰਪਾ ਕਰਨ। ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਸੋ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।